ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਨਵਜੀਤ ਹਾਜ਼ਰਾ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਤੇ ਚਰਚਾ ਕਰਨੀ ਹੈ। ਇੱਕ ਪਾਸੇ ਅੱਜ ਚੰਡੀਗੜ੍ਹ ਵਿੱਚ ਮੰਤਰੀ ਮੰਡਲ ਦੀ ਬੈਠਕ ਅਤੇ ਉਧਰ ਵਿਸਤਾਰ ਵੀ ਕਰਨਾ ਕੈਬਨਿਟ ਦਾ। ਹਾਲਾਂਕਿ ਪੁਸ਼ਟੀ ਤਾਂ ਨਹੀਂ ਹੋਈ ਤਾਂ ਕਿਹੜੇ ਮੰਤਰੀ ਨਵੇਂ ਬਣਨੇ ਆ, ਇਸ ਕਰਕੇ ਆਪਾਂ ਇਹਨੂੰ ਖਬਰ ਨੂੰ ਥੋੜ੍ਹਾ ਜਿਹਾ ਰੋਕ ਦਿੰਦੇ ਹਾਂ ਕਿਉਂਕਿ ਪ੍ਰੋਗਰਾਮ ਵੀ ਸਾਡਾ ਹੁਣੀ ਸ਼ੁਰੂ ਹੋਇਆ ਤੇ ਕਿਸੇ ਦਾ ਨਾਂ ਨਾ ਲਈਏ ਤੇ ਮੰਤਰੀ ਬਣ ਜੇ ਜੀ, ਉਹ ਚੰਗੀ ਗੱਲ ਹੈ। ਅਸੀਂ ਕਿਸੇ ਦਾ ਨਾਂ ਲੈਤਾ ਤੇ ਉਹ ਬਣਨੋਂ ਰਹਿ ਗਿਆ, ਉਹ ਬਹੁਤ ਫਿਰ ਅਰਥ ਗਲਤ ਨਿਕਲਦੇ ਹੁੰਦੇ। ਬਿਲਕੁਲ, ਕਿਉਂਕਿ ਬਿਹਤਰ ਇਹ ਹੈ ਕਿ ਉਡੀਕ ਲਿਆ ਜਾਵੇ, ਅਸੀਂ ਇੱਕ ਦਿਨ ਬਾਅਦ ਪਤਾ ਕਰ ਲਾਂਗੇ ਕੌਣ ਬਣਿਆ। ਜੀ, ਪਰ ਸਰ ਦੂਸਰੇ ਪਾਸੇ ਜੇ ਖਬਰਾਂ ਤੇ ਆਈਏ ਤਾਂ ਫਿਰ ਕਪਿਲ ਸਿੱਬਲ ਉਹਨਾਂ ਦੀ ਗੱਲ ਕਰਨੀ ਹੈ ਕਿਉਂਕਿ ਉਹਨਾਂ ਨੇ ਇੱਕ ਸਵਾਲ ਖੜਾ ਕੀਤਾ ਹੈ। ਨਿਆਂਪਾਲਿਕਾ ਤੇ ਕਹਿੰਦੇ ਸਹੀ ਤਰੀਕੇ ਨਾਲ ਫੈਸਲੇ ਨਹੀਂ ਲੈ ਰਹੇ। ਉਹਨਾਂ ਨੇ ਜਿਹੜਾ ਇਹ ਸਵਾਲ ਖੜਾ ਕੀਤਾ, ਤੁਸੀਂ ਸਹਿਮਤ ਹੋ ਜਾਂ ਕਿਵੇਂ ਦੇਖਦੇ ਆ ਇਸ ਸਵਾਲ ਨੂੰ? ਦੇਖੋ, ਆਮ ਤੌਰ ਤੇ ਇਹ ਹੁੰਦਾ ਕਿ ਅਦਾਲਤਾਂ ਦੇ ਉੱਤੇ ਕਿਸੇ ਕਿਸਮ ਦੀ ਉਹਨਾਂ ਦੇ ਫੈਸਲਿਆਂ ਤੇ ਟੀਕਾ ਟਿੱਪਣੀ ਨਹੀਂ ਕੀਤੀ ਜਾਂਦੀ, ਪਰ ਪਿਛਲੇ ਸਮੇਂ 'ਚ ਕਈ ਫੈਸਲੇ ਇਹੋ ਜਿਹੇ ਹੋ ਚੁੱਕੇ ਆ ਜਿਨ੍ਹਾਂ ਤੇ ਟੀਕਾ ਟਿੱਪਣੀ ਹੋਈ ਆ ਤੇ ਅੱਗੋਂ ਵੀ ਹੋ ਸਕਦੀ ਆ। ਹੁਣ ਇਹ ਨਿਆਂਪਾਲਿਕਾ ਨਾਲ ਜੁੜੇ ਜੱਜ ਸਾਹਿਬਾਨ ਨੂੰ ਤੇ ਦੂਸਰਿਆਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਸਾਡਾ ਅਕਸ ਇੱਦਾਂ ਦਾ ਹੋਵੇ ਤੇ ਸਾਡੇ ਫੈਸਲੇ ਇੱਦਾਂ ਦੇ ਹੋਣ ਕਿ ਕਿਸੇ ਨੂੰ ਕੋਈ ਨੁਕਤਾਚੀਨੀ ਕਰਨ ਦਾ ਮੌਕਾ ਨਾ ਮਿਲੇ। ਜੀ, ਕਪਿਲ ਸਿੱਬਲ ਭਾਰਤ ਦੇ ਕੇਂਦਰੀ ਮੰਤਰੀ ਰਹਿ ਚੁੱਕੇ ਆ, ਹੁਣ ਵੀ ਰਾਜ ਸਭਾ ਮੈਂਬਰ ਨੇ, ਲੰਮਾ ਸਮਾਂ ਕਾਂਗਰਸ 'ਚ ਰਹੇ। ਅੱਜ ਕੱਲ੍ਹ ਸਮਾਜਵਾਦੀ ਪਾਰਟੀ ਦੀ ਮਦਦ ਨਾਲ ਉੱਤਰ ਪ੍ਰਦੇਸ਼ ਤੋਂ ਚੁਣ ਕੇ ਆ ਗਏ ਨੇ, ਰਾਜ ਸਭਾ ਮੈਂਬਰ ਨੇ, ਪਹਿਲਾਂ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਆ। ਉਹ ਜਾਣੇ ਪਛਾਣੇ ਕਾਨੂੰਨਦਾਨ ਨੇ। ਇੱਕ ਟੀਵੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲਾਂ ਖੁੱਲ੍ਹੀਆਂ ਕਹਿਤੀਆਂ। ਉਹਨਾਂ ਨੇ ਆਖਿਆ ਜੀ ਮੈਂ ਇੰਨੇ ਲੰਮੇ ਸਮੇਂ ਤੋਂ ਇਸ ਅਦਾਲਤੀ ਪ੍ਰਕਿਰਿਆ ਨਾਲ ਜੁੜਿਆ, ਪਰ ਮੈਂ ਵੇਖਿਆ ਇਹ ਹੈ ਕਿ ਸਾਡੇ ਨਿਆਂਪਾਲਿਕਾ ਦੇ ਕੁਝ ਮੈਂਬਰ ਯਾਨੀ ਜੱਜ ਸਾਹਿਬਾਨ, ਇਸ਼ਾਰਾ ਉਹਨੇ ਕੀਤਾ, ਇਸ ਤਰ੍ਹਾਂ ਦੇ ਫੈਸਲੇ ਕਰਦੇ ਆ ਜਿਨ੍ਹਾਂ ਦੀ ਨੁਕਤਾਚੀਨੀ ਹੁੰਦੀ ਹੈ, ਜਿਨ੍ਹਾਂ ਪ੍ਰਭਾਵ ਕਰੋ। ਉਹਨੇ ਤੇ ਵੀ ਲਫ਼ਜ਼ ਵਰਤਿਆ ਕਿ ਮੈਨੂੰ ਸ਼ਰਮ ਆਉਂਦੀ ਹੈ। ਦੂਸਰੇ ਪਾਸੇ 2 ਦਿਨ ਪਹਿਲਾਂ ਇੱਕ ਮਾਮਲੇ 'ਚ ਫੈਸਲਾ ਦੇਣ ਵਾਲੇ, ਸਖਤ ਟਿੱਪਣੀਆਂ ਕਰਨ ਵਾਲੇ ਇੱਕ ਜੱਜ ਸਾਹਿਬ ਨੇ ਕੱਲ੍ਹ ਇੱਕ ਸੈਮੀਨਾਰ 'ਚ ਕਹਿ ਦਿੱਤਾ ਕਿ ਇੱਕ ਰਿਵਾਜ ਬਣ ਗਿਆ ਕਿ ਨਿਆਂਪਾਲਿਕਾ 'ਤੇ ਟਿੱਪਣੀਆਂ ਕਰੀ ਜਾਓ ਤੇ ਟਿੱਪਣੀਆਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਟਿੱਪਣੀਆਂ ਨਹੀਂ ਹੋਣੀਆਂ ਚਾਹੀਦੀਆਂ, ਪਰ ਦੂਜੀ ਗੱਲ ਹੈ ਕਿ ਟਿੱਪਣੀਆਂ ਵਾਲੇ ਉਹ ਹਾਲਾਤ ਨਹੀਂ ਪੈਦਾ ਕਰਨੇ ਚਾਹੀਦੇ। ਜਸਟਿਸ ਰੰਜਨ ਗੋਗੋਈ ਪਹਿਲਾਂ ਸਖਤ ਜੱਜ ਹੋਵੇ, ਸਰਕਾਰ ਦੇ ਖਿਲਾਫ ਟਿੱਪਣੀਆਂ ਕਰੇ, ਆਪਣੇ ਚੀਫ ਜਸਟਿਸ ਦੇ ਨਾਲ ਵਿਰੋਧ ਦੇ ਵਿੱਚ 4 ਜੱਜਾਂ ਨੂੰ ਲੈ ਕੇ ਭਾਰਤ ਦੀ ਨਿਆਂਪਾਲਿਕਾ ਦੇ ਇਤਿਹਾਸ 'ਚ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕਰੇ ਤੇ ਇਹ ਆਖੇ ਕਿ ਸਾਡਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਇੱਕ ਪਾਸੇ ਉਲਾਰ ਹੁੰਦਾ ਹੈ, ਖਾਸ ਫੈਸਲੇ ਖਾਸ ਜੱਜਾਂ ਤੋਂ ਕਰਵਾਉਂਦਾ ਤੇ ਬਾਕੀਆਂ ਨੂੰ ਨਹੀਂ ਦਿੰਦਾ। ਬਾਅਦ ਵਿੱਚ ਜਾਣ ਲੱਗਾ 2 ਫੈਸਲੇ ਇਹੋ ਜਿਹੇ ਕਰ ਦੇਵੇ ਜਿਨ੍ਹਾਂ ਦੀ ਹਰ ਥਾਂ 'ਤੇ ਨੁਕਤਾਚੀਨੀ ਹੋਵੇ ਤੇ ਰਿਟਾਇਰ ਹੁੰਦੇ ਸਾਰ ਰਾਜ ਕਰਦੀ ਪਾਰਟੀ ਯਾਨੀ ਸਰਕਾਰ ਕੇਂਦਰ ਦੀ ਉਹਨੂੰ ਰਾਜ ਸਭਾ ਦਾ, ਪਾਰਲੀਮੈਂਟ ਦੇ ਉੱਪਰਲੇ ਹਾਊਸ ਦਾ ਮੈਂਬਰ ਨਾਮਜ਼ਦ ਕਰ ਦੇਵੇ ਜੀ, ਤੇ ਨੁਕਤਾਚੀਨੀ ਕਿਵੇਂ ਨਾ ਹੁੰਦੀ? ਨੁਕਤਾਚੀਨੀ ਤਾਂ ਹੋਣੀ ਸੀ। ਇੱਦਾਂ ਦੇ ਕਈ ਫੈਸਲੇ ਆ ਜਿਹਨਾਂ ਤੋਂ ਹੋਈ ਆ, ਅੱਗੋਂ ਵੀ ਹੋ ਸਕਦੀ ਹੈ। ਸ਼ਾਹਬਾਨੋ ਕੇਸ ਵਿੱਚ ਵੀ ਨੁਕਤਾਚੀਨੀ ਹੋਈ ਸੀ। ਅਯੁੱਧਿਆ ਵਾਲੇ ਕੇਸ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ। ਬਹੁਤ ਪੁਰਾਣਾ ਕੇਸ ਸੀ ਭੰਵਰੀ ਦੇਵੀ ਵਾਲਾ, ਬਲਾਤਕਾਰ ਹੋਇਆ ਸੀ, ਉਹਦੇ ਨਾਲ ਗੈਂਗ ਰੇਪਸ ਹੋਇਆ ਸੀ, ਉਹਦੇ ਪਤੀ ਦੇ ਸਾਹਮਣੇ ਹੋਇਆ ਸੀ ਸ਼ਾਇਦ। ਉਸ ਮਾਮਲੇ ਦੇ ਵਿੱਚ ਸਾਰੇ ਹਿੰਦੁਸਤਾਨ 'ਚ ਰੌਲਾ ਪੈ ਗਿਆ, ਸਾਰੇ ਸੂਬਿਆਂ 'ਚ ਉਹਦੇ ਪੱਖ ਦੀ ਲਹਿਰ ਉੱਠੀ, ਮੁਕੱਦਮਾ ਬਣਿਆ। ਉਹਦੇ ਪਿੰਡ ਨੇ, ਭਾਈਚਾਰੇ ਨੇ, ਇੱਥੋਂ ਤੱਕ ਕਿ ਪਰਿਵਾਰ ਨੇ ਵੀ ਉਹਦਾ ਬਾਈਕਾਟ ਕਰਤਾ ਕਿ ਤੂੰ ਚੁੱਪ ਕਿਉਂ ਨਹੀਂ ਵੱਟਦੀ, ਤੂੰ ਇਹ ਮੁਕੱਦਮਾ ਕਿਉਂ ਲੜਦੀ ਪਈ। ਭਾਰਤ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਉਹਨੂੰ 25,000 ਰੁਪਈਆ ਮਦਦ ਦਿੱਤੀ। ਅੱਜ ਤੋਂ 30 ਸਾਲ ਪਹਿਲਾਂ 25,000 ਰੁਪਈਆ ਕਿੰਨਾ ਹੁੰਦਾ ਸੀ? ਅੱਜ ਦੇ 2.5 ਲੱਖ ਦੇ ਬਰਾਬਰ ਹੋਵੇਗਾ। ਉਹ ਮਦਦ ਦਿੱਤੀ ਗਈ, ਕੇਸ ਲੜਦੀ ਰਹੀ। ਸੈਸ਼ਨ ਕੋਰਟ 'ਚ ਕੇਸ ਗਿਆ ਤੇ ਜੱਜ ਸਾਹਿਬ ਨੇ ਇਹ ਕਹਿ ਕੇ ਕੇਸ ਰੱਦ ਕਰ ਦਿੱਤਾ
ਕਿ ਇਹ ਗੱਲ ਮੰਨਣਯੋਗ ਨਹੀਂ ਕਿ ਉਹਦੇ ਨਾਲ ਰੇਪ ਹੋ ਰਿਹਾ ਸੀ ਤੇ ਉਹਦਾ ਪਤੀ ਚੁੱਪ ਕਰਕੇ ਬੈਠਾ ਸੀ, ਅੱਖਾਂ ਸਾਹਮਣੇ ਵੇਖਦਾ ਰਿਹਾ। ਵਿਚਾਰਾ ਗਰੀਬ ਜਿਹੜਾ ਕੀ ਕਰੂਗਾ? ਉਹਨਾਂ ਨਾਲ ਲੜ ਸਕਦਾ ਜ਼ੋਰਾਵਰਾਂ ਨਾਲ? ਉਹ ਚੁੱਪ ਕਰਕੇ ਬੈਠਾ ਵੇਖਦਾ ਰਹਿ ਗਿਆ। ਜੇ ਗਰੀਬ ਜ਼ੋਰਾਵਰਾਂ ਦੇ ਅੱਗੇ ਅੜਨ ਜੋਗੇ ਹੁੰਦੇ ਤੇ ਫਿਰ ਸਾਡੇ ਇੱਥੇ ਮੁਹਾਵਰਾ ਕਿਉਂ ਬਣਦਾ, ਗਰੀਬ ਦੀ ਵਹੁਟੀ ਸਾਰਿਆਂ ਦੀ ਭਾਬੀ? ਬਣਿਆ ਤੇ ਇਸ ਕਰਕੇ ਗਰੀਬਾਂ ਨਾਲ ਜ਼ਿਆਦਤੀ ਹੁੰਦੀ ਹੈ। ਉਹਦੇ ਨਾਲ ਵੀ ਜ਼ਿਆਦਤੀ ਹੋਈ ਸੀ। ਉਹ ਬੰਦੇ ਸੈਸ਼ਨ ਕੋਰਟ ਨੇ ਛੱਡ ਦਿੱਤੇ, ਸਰਕਾਰ ਨੇ ਹਾਈ ਕੋਰਟ 'ਚ ਅਪੀਲ ਕੀਤੀ, ਉੱਥੋਂ ਫਿਰ ਛੁੱਟ ਗਏ। ਉਹਦੇ ਬਾਅਦ ਬਾਕੀ ਪਰਿਵਾਰ ਜਿਹੜਾ ਉਹ ਤੇ ਮਾਫੀ ਮੰਗ ਕੇ ਭਾਈਚਾਰੇ 'ਚ ਸ਼ਾਮਲ ਹੋ ਗਿਆ। ਭਾਂਵਰੀ ਦੇਵੀ ਨੂੰ ਕੋਈ ਪੁੱਛੇ ਨਾ, ਉਹਦੀ ਮਾਂ ਮਰ ਗਈ, ਉਹਨੂੰ ਆਖਿਆ ਤੂੰ ਨਹੀਂ ਇੱਥੇ ਵੜਨਾ। ਉਹਦੇ ਪਰਿਵਾਰ ਨੇ, ਭਰਾ ਨੇ ਕਹਿਤਾ ਤੂੰ ਨਹੀਂ ਇੱਥੇ ਵੜਨਾ। ਅਖੀਰ ਖੜਾ ਕਿੱਥੇ ਛੁੱਟਿਆ ਕਿ ਰੇਪ ਕੇਸ ਵਿੱਚ ਇਨਸਾਫ ਉਹਨੂੰ ਮਿਲਿਆ ਨਹੀਂ ਸੀ, ਬਲਾਤਕਾਰ ਦਾ ਕੋਈ ਇਨਸਾਫ ਨਹੀਂ ਸੀ ਮਿਲਿਆ। ਪ੍ਰਧਾਨ ਮੰਤਰੀ ਨੇ ਜਿਹੜਾ 25,000 ਰੁਪਇਆ ਦਿੱਤਾ ਸੀ, ਉਹ ਲਿਆ ਕੇ ਉਹਨੂੰ ਪੰਚਾਇਤ ਦੇ ਸਾਹਮਣੇ ਆਪਣੇ ਭਰਾ ਦੇ ਅੱਗੇ ਢੇਰੀ ਕਰਨਾ ਪਿਆ ਤੇ ਉਸ 25,000 ਰੁਪਏ ਨਾਲ ਪਿੰਡ ਵਿੱਚ ਜਸ਼ਨ ਵਰਗਾ ਲੰਗਰ ਲਾਇਆ ਗਿਆ, ਸਾਰੇ ਪਿੰਡ ਨੂੰ ਰਾਸ਼ਨ ਛਕਾਇਆ ਗਿਆ। ਪਾਪੀਆਂ ਨੂੰ ਕਿਸੇ ਪੁੱਛਿਆ ਨਹੀਂ ਤੇ ਜਿਹਦੇ ਨਾਲ ਜ਼ਿਆਦਤੀ ਹੋਈ ਸੀ ਉਹਦੀ ਦੋਸ਼ ਮੁਕਤੀ ਕਰਾਈ ਗਈ। ਇਹੋ ਜਿਹੇ ਕੇਸ ਵਿੱਚ ਜਦੋਂ ਅਦਾਲਤ ਨੇ, ਸੈਸ਼ਨ ਕੋਰਟ ਨੇ ਵੀ ਤੇ ਹਾਈ ਕੋਰਟ ਨੇ ਵੀ ਛੱਡਿਆ ਸੀ, ਸਾਰੇ ਹਿੰਦੁਸਤਾਨ 'ਚ ਨੁਕਤਾਚੀਨੀ ਹੋਈ ਸੀ। ਅੱਜ ਜੇ ਕਪਲ ਸਿਬਲ ਕਹਿੰਦਾ, ਕੱਲ੍ਹ ਨੂੰ ਕੁਝ ਹੋਰ ਲੋਕ ਕਹਿਣਗੇ ਜੀ। ਇਹਦੇ ਬਾਰੇ ਜਿਹੜੇ ਜੁਡੀਸ਼ਰੀ ਨਾਲ ਜੁੜੇ ਲੋਕ ਆ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਬਹੁਤ ਸਾਰੇ ਮਾਮਲਿਆਂ 'ਚ ਅੱਜ ਕੱਲ੍ਹ ਇਸ ਤਰ੍ਹਾਂ ਹੋ ਰਿਹਾ ਕਿ ਲੋਕ ਸਮਝਦੇ ਆ ਕਿ ਜਿਵੇਂ ਜੱਜ ਸਾਹਿਬਾਨ ਦੇ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਹੁੰਦਾ, ਜਿਹੜੀ ਗੱਲ ਸ਼ਰੇਆਮ ਹੋਈ ਹੁੰਦੀ ਆ, ਉੱਥੇ ਵੀ ਜਾ ਕੇ ਜਦੋਂ ਫੈਸਲਾ ਇਹੋ ਜਿਹਾ ਆ ਜਾਂਦਾ ਜਿਹੜਾ ਲੋਕਾਂ ਨੂੰ ਮੰਨਣ 'ਚ ਨਹੀਂ ਆਉਂਦਾ, ਫਿਰ ਨੁਕਤਾਚੀਨੀ ਦਾ ਮੁੱਢ ਵੱਜਦਾ। ਇਸ ਹਾਲਤ ਨੂੰ ਪੈਦਾ ਹੋਣ ਤੋਂ ਰੋਕਣਾ ਜੱਜ ਸਾਹਿਬਾਨ ਦਾ ਕੰਮ ਹੈ। ਜੀ ਪੰਜ ਸਾਹਿਬ, ਜੇ ਅਗਲੀ ਗੱਲ ਕਰੀਏ ਤਾਂ ਉਧਰ ਇੱਕ ਸੰਕਟ ਵੱਧਦਾ ਪਿਆ, ਕਣਕ ਦਾ ਸੰਕਟ, ਕਿਉਂਕਿ ਯੂਕਰੇਨ ਤੇ ਰੂਸ ਦੇ ਯੁੱਧ ਨਾਲ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਭਾਰਤ ਨੇ ਹੁਣ ਕਣਕ ਵਿਦੇਸ਼ਾਂ ਨੂੰ ਭੇਜਣੀ ਸ਼ੁਰੂ ਕਰ ਦਿੱਤੀ ਹੈ ਤੇ ਰੂਸ ਨੇ ਉਧਰ ਸ਼ਰਤਾਂ ਲਗਾ ਦਿੱਤੀਆਂ। ਹੁਣ ਇਹਨਾਂ ਦੋਹੇ ਚੀਜ਼ਾਂ ਦਾ ਆਪਸ ਵਿੱਚ ਕਿੰਨਾ ਕੁ ਸੰਬੰਧ ਹੈ? ਦੇਖੋ, ਦੁਨੀਆ ਭਰ ਨੂੰ ਜਿਹੜੀ ਕਣਕ ਸਪਲਾਈ ਹੁੰਦੀ ਆ, ਪੈਦਾ ਕਰਨ ਵਾਲੇ ਦੇਸ਼ ਦੂਸਰੇ ਦੇਸ਼ਾਂ ਨੂੰ ਕਰਦੇ ਆ। ਉਸ ਸਪਲਾਈ 'ਚੋਂ 13% ਅਮਰੀਕਾ ਕਰਦਾ, 13% ਰੂਸ ਕਰਦਾ ਤੇ 13% ਆਸਟ੍ਰੇਲੀਆ ਕਰਦਾ ਤੇ 8% ਉਹ ਛੋਟਾ ਜਿਹਾ ਦੇਸ਼, ਮੁਲਕ ਵੀ ਨਹੀਂ ਜਾਪਦਾ, ਮੁਲਕੜੀ ਜੀ ਹੈ ਯੂਕਰੇਨ, ਉਹ ਪੈਦਾ ਕਰਦਾ ਸੀ। ਹੁਣ ਯੂਕਰੇਨ 'ਚ ਤੇ ਅੱਗ ਵਰਦੀ ਆ, ਗੋਲੇ ਵਰਦੇ ਆ, ਉੱਥੇ ਕਣਕ ਹੋਣੀ ਕਿੱਥੋਂ, ਪੱਕਣੀ ਕਿੱਥੋਂ ਤੇ ਕਿਸੇ ਨੇ ਬਾਹਰ ਵੇਚਣੀ ਕਿੱਥੋਂ? ਜੀ। ਗੰਜੀ ਨੇ ਨਹਾਉਣਾ ਕੀ, ਨਿਚੋੜਨਾ ਕੀ? ਉਹ ਤਾਂ ਵਿਚਾਰੇ ਆਪਣੀ ਜਾਨ ਬਚਾਉਂਦੇ ਪਏ ਨੇ। ਰੂਸ ਵਾਲੇ ਜੰਗ 'ਚ ਫਸੇ ਆ, ਇਹਨਾਂ ਦੇ ਉੱਤੇ ਘੇਰੇ ਘੇਰੇ ਪਾਬੰਦੀਆਂ ਲਾਤੀਆਂ ਗਈਆਂ। ਫਸਲ ਇਹਨਾਂ ਕੋਲ ਬਹੁਤ ਹੋਈ ਹੈ, ਪਰ ਇਹਨਾਂ ਕੋਲ ਸਟੋਰੇਜ ਦੇ ਪ੍ਰਬੰਧ ਵੀ ਬਹੁਤ ਤਗੜੇ ਆ। ਅੱਡ ਅੱਡ ਦੇਸ਼ਾਂ ਨੇ ਇਹਨਾਂ ਤੋਂ ਕਣਕ ਮੰਗੀ ਕਿ ਤੁਸੀਂ ਦਿਓ। ਉਹਨਾਂ ਨੇ ਪਹਿਲੀ ਸ਼ਰਤ ਇਹ ਰੱਖੀ ਕਿ ਤੁਸੀਂ ਸਾਡੇ ਉੱਤੇ ਲੱਗੀਆਂ ਪਾਬੰਦੀਆਂ ਹਟਵਾ ਦਿਓ, ਤੁਹਾਨੂੰ ਦੇ ਦਿਆਂਗੇ। ਜੀ। ਇਟਲੀ ਵਾਲਾ ਨੇ ਆਖਿਆ, ਹੋਰ ਦੇਸ਼ਾਂ ਨੇ ਆਖਿਆ। ਉਹ ਕਹਿੰਦੇ ਵੀ ਇਹ ਕਣਕ ਜਿਹੜੀ ਆ, ਇਹ ਕੋਈ ਸਾਫਟਵੇਅਰ ਦਾ ਫਾਰਮੂਲਾ ਨਹੀਂ ਕਿ ਅਸੀਂ ਈਮੇਲ ਕਰਕੇ ਭੇਜ ਦਿਆਂਗੇ। ਇਹ ਆਉਣੀ ਆ ਸਮੁੰਦਰੀ ਜਹਾਜ਼ਾਂ ਤੇ। ਜਦੋਂ ਤੁਸੀਂ ਪਾਬੰਦੀ ਲਾਈ ਹੈ ਕਿ ਰੂਸ ਦਾ ਕੋਈ ਜਹਾਜ਼ ਸਾਡੀ ਬੰਦਰਗਾਹ ਤੇ ਵੜੇ ਨਾ, ਤੇ ਜੇ ਇੱਧਰ ਨੂੰ ਆਇਆ ਤਾਂ ਜ਼ਬਤ ਕਰ ਲੈਣਾ, ਤੇ ਅਸੀਂ ਤੁਹਾਡੇ ਕੋਲ ਭੇਜ ਕਿੱਦਾਂ ਸਕਦੇ ਹਾਂ? ਜਵਾਬੀ ਪਾਬੰਦੀ ਅਸੀਂ ਵੀ ਲਾਈ ਹੈ, ਜੇ ਤੁਹਾਡਾ ਜਹਾਜ਼ ਇੱਧਰ ਲੈਣ ਵਾਸਤੇ ਆਇਆ ਤੇ ਅਸੀਂ ਜ਼ਬਤ ਕਰ ਲਾਂਗੇ। ਜੀ। ਤੇ ਇਸ ਪਾਬੰਦੀ 'ਚ ਤੁਸੀਂ ਆਪਣੇ ਘਰ, ਅਸੀਂ ਆਪਣੇ ਘਰ ਪਾਬੰਦੀ ਹਟਵਾ ਦਿਓ, ਫਿਰ ਤੁਹਾਨੂੰ ਦੇ ਦਿਆਂਗੇ। ਕੁਝ ਦੇਸ਼ ਇਹੋ ਜਿਹੇ ਜਿਨ੍ਹਾਂ ਤੇ ਪਾਬੰਦੀਆਂ, ਜਿਹੜੇ ਇਸ ਪਾਬੰਦੀ ਤੋਂ ਪਾਸੇ ਨੇ, ਉਹ ਰੂਸ ਤੋਂ ਲੈਣਾ ਚਾਹੁਣ ਤੇ ਲੈ ਸਕਦੇ ਆ। ਪਰ ਜਿਹੜਾ ਇੰਟਰਨੈਸ਼ਨਲ ਪ੍ਰੋਟੋਕੋਲ ਆ ਅਕਾਊਂਟੈਂਸੀ ਦਾ, ਜਿਹ 'ਚ ਪੈਸਿਆਂ ਦਾ ਲੈਣ ਦੇਣ ਹੁੰਦਾ, ਉਹਦੇ ਉੱਤੇ ਵੀ ਪਾਬੰਦੀਆਂ ਨੇ। ਰੂਸ ਨਾਲ ਕੋਈ ਬੈਂਕ ਲੈਣ ਦੇਣ ਕਰਨ ਨੂੰ ਤਿਆਰ ਨਹੀਂ। ਜਿਹੜੇ ਦੇਸ਼ ਕਣਕ ਖਰੀਦਣਗੇ, ਇਹ ਕੋਈ 4 ਆਨੇ 6 ਆਨੇ ਥੋੜ੍ਹੇ ਜਿਹੜੇ ਚੁੱਕ ਕੇ ਇੱਕ ਗੁਥਲੀ ਪੈਸਿਆਂ ਦੀ ਫੜਾ ਦੇਣੀ ਆ। ਇੱਥੇ ਕਰੋੜਾਂ ਨਹੀਂ, ਅਰਬਾਂ ਨਹੀਂ, ਖਰਬਾਂ ਰੁਪਏ ਦਾ ਲੈਣ ਦੇਣ ਹੋਣਾ। ਉਹ ਲੈਣ ਦੇਣ ਬੈਂਕਾਂ ਦੀਆਂ ਟ੍ਰਾਂਜੈਕਸ਼ਨਾਂ ਰਾਹੀਂ ਹੁੰਦਾ, ਤੇ ਜਦੋਂ ਬੈਂਕਾਂ ਦੀਆਂ ਟ੍ਰਾਂਜੈਕਸ਼ਨਾਂ ਬੰਦ ਕੀਤੀਆਂ, ਪਾਬੰਦੀਆਂ ਲੱਗੀਆਂ ਨੇ, ਤੇ ਕਣਕ ਦੇ ਪੈਸੇ ਰੂਸ ਨੂੰ ਕਿੱਥੋਂ ਦੇਣਗੇ? ਰੂਸ ਵਾਲੇ ਚੀਨ ਨੂੰ ਕਣਕ ਦੇ ਰਹੇ ਔਰ ਸਸਤੀ ਦੇ ਰਹੇ।
ਇਸ ਕਰਕੇ ਦੇ ਰਿਹਾ ਕਿ ਚੀਨ ਵੱਲੋਂ ਪਾਬੰਦੀਆਂ ਕੋਈ ਨਹੀਂ, ਤੇ ਪਾਬੰਦੀਆਂ ਨਾ ਹੋਣ ਕਰਕੇ ਉਹ ਬਾਰਡਰ ਸਾਂਝਾ, ਉਧਰੋਂ ਰੇਲ ਗੱਡੀਆਂ ਆਉਂਦੀਆਂ ਚੀਨ ਨੂੰ ਦੇ ਜਾਂਦੀਆਂ, ਚੀਨ ਵਾਲੇ ਤੇ ਉਹ ਜਿਹੜੇ ਹੈਗੇ ਨੇ ਰੂਸ ਵਾਲੇ ਆਪੋ 'ਚ ਦੋਵੇਂ ਆਪਸੀ ਇੱਕ ਦੂਜੇ ਦੀ ਕਰੰਸੀ 'ਚ ਵਪਾਰ ਕਰੀ ਜਾਂਦੇ ਆ। ਹੁਣ ਰੂਸ ਨੇ ਬਾਕੀ ਦੇਸ਼ਾਂ ਨੂੰ ਕਹਿ ਦਿੱਤਾ ਕਿ ਜਿਹਨੇ ਕਣਕ ਲੈਣੀ ਅਸੀਂ ਤੁਹਾਨੂੰ ਕਣਕ ਦੇਣ ਨੂੰ ਤਿਆਰ ਹਾਂ ਜੀ। ਇੰਟਰਨੈਸ਼ਨਲ ਪ੍ਰੋਟੋਕੋਲ ਅਜੇ ਤੱਕ ਘੜਕਾ ਬਣਿਆ ਪਿਆ, ਤੁਸੀਂ ਉੱਦਾਂ ਸਾਨੂੰ ਡਾਲਰ ਵਿੱਚ ਪੈਸੇ ਦੇ ਨਹੀਂ ਸਕਦੇ, ਲਿਆਓ ਸਾਨੂੰ ਫਿਰ ਰੂਬਲਾਂ 'ਚ ਦਿਓ। ਜਦੋਂ ਰੂਬਲ ਦੇ ਵਿੱਚ ਦੇਣਾ ਰੂਸ ਦੀ ਕਰੰਸੀ 'ਚ, ਤੇ ਰਸਤਾ ਹੀ ਇਹੋ ਰਹਿ ਜਾਊਗਾ, ਤੇ ਇਹਦੇ ਨਾਲ ਰੂਬਲ ਦਾ ਭਾਅ ਚੜੂਗਾ। ਇੱਧਰ ਭਾਰਤ ਸਰਕਾਰ ਨੇ ਪਹਿਲਾਂ ਆਖਿਆ ਸੀ ਕਿ ਅਸੀਂ ਆਪਣੀਆਂ ਲੋੜਾਂ ਵਾਸਤੇ ਵੀ ਰੱਖਣੀ ਆ, ਰਿਜ਼ਰਵ ਵੀ ਰੱਖਣੀ, ਇਹ ਕਰਨਾ ਉਹ ਕਰਨਾ। ਹੁਣ ਜਦੋਂ ਵੇਖਿਆ ਕਿ ਲੋੜਾਂ ਤੋਂ ਵਾਧੂ ਕਣਕ ਸਾਡੇ ਕੋਲ ਹੈਗੀ ਆ, ਤੇ ਦੂਸਰਾ ਇਹ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਕਣਕ ਦੀ ਸ਼ਾਰਟੇਜ ਹੈ ਜੀ, ਕਮੀ ਹੈ। ਬਹੁਤ ਸਾਰੇ ਦੇਸ਼ ਤਰ੍ਹਾਂ ਕਰਦੇ ਕਿ ਸਾਨੂੰ ਕਣਕ ਚਾਹੀਦੀ, ਪਰ ਦੇਵੇ ਕੌਣ? ਯੂਕਰੇਨ ਕੋਲ ਹੈ ਨਹੀਂ, ਤੇ ਰੂਸ ਵਾਲੇ ਇਸ ਵੇਲੇ ਜੰਗ 'ਚ ਫਸੇ, ਉਹ ਕਹਿੰਦੇ ਪਾਬੰਦੀਆਂ ਕਰਕੇ ਅਸੀਂ ਦੇ ਨਹੀਂ ਸਕਦੇ, ਫਿਰ ਹੋਵੇਗਾ ਕੀ? ਭਾਰਤ ਸਰਕਾਰ ਨੇ ਕੱਲ੍ਹ ਸ਼ਾਇਦ ਫੈਸਲਾ ਕੀਤਾ ਜਾਂ ਪਰਸੋਂ, ਅੱਜ ਦੇ ਅਖਬਾਰਾਂ 'ਚ ਆ ਗਿਆ, ਉਹਨਾਂ ਨੇ ਬਹੁਤ ਵੱਡਾ ਕੋਟਾ ਕੱਢਤਾ ਕਿ ਇੰਨੀ ਕਣਕ ਅਸੀਂ ਦੁਨੀਆ ਭਰ ਦੇ ਦੇਸ਼ਾਂ ਨੂੰ ਸਪਲਾਈ ਕਰਾਂਗੇ। ਜੋ ਸਪਲਾਈ ਹੁੰਦੀ ਆ ਭਾਰਤ ਵਿੱਚ ਹੁਣ ਇਸ ਮੌਕੇ ਜੇ ਕਣਕ ਦਾ ਰੇਟ ਚੜ੍ਹਦਾ ਇਹਦਾ ਕਿਸਾਨ ਨੂੰ ਤੇ ਕੋਈ ਫਾਇਦਾ ਨਹੀਂ ਹੋਣਾ ਜੀ। ਉਲਟਾ ਇਹ ਹੈ ਕਿ ਚੜ੍ਹੇ ਰੇਟ ਦਾ ਖਪਤਕਾਰ ਨੂੰ ਨੁਕਸਾਨ ਹੋਵੇਗਾ। ਜੇ ਇਹ 2 ਮਹੀਨੇ ਪਹਿਲਾਂ ਭੇਜੀ ਜਾਂਦੀ ਵਿਦੇਸ਼ਾਂ ਨੂੰ, ਇੱਥੇ ਰੇਟ ਚੜ੍ਹ ਜਾਣਾ ਸੀ, ਕਿਸਾਨਾਂ ਨੂੰ ਮੰਡੀ ਨਾਲੋਂ, ਮਾਰਕੀਟ ਰੇਟ ਨਾਲੋਂ, ਸਰਕਾਰ ਦੇ ਮਿੱਥੇ ਰੇਟ ਨਾਲੋਂ ਬਹੁਤ ਵੱਧ ਪੈਸੇ ਮਿਲਣੇ ਸੀ, ਪਰ ਉਹ ਵੇਲਾ ਲੰਘ ਗਿਆ ਜੀ। ਹੁਣ ਵੇਲਾ ਲੰਘਣ ਤੋਂ ਬਾਅਦ ਜਿਹੜਾ ਦੂਸਰੇ ਦੇਸ਼ਾਂ ਨੂੰ ਕਣਕ ਸਪਲਾਈ ਕਰਨ ਦਾ ਫਾਰਮੂਲਾ, ਉਹਦੇ 'ਚ ਕਿਸਾਨ ਨੂੰ ਮਿਲਣਾ ਕੋਈ ਨਹੀਂ, ਪਰ ਇਸ ਕਰਕੇ ਕਿ ਵਿਦੇਸ਼ਾਂ ਨੂੰ ਕਣਕ ਜਾ ਰਹੀ ਹੈ, ਇਹਦਾ ਜੇ ਰੇਟ ਚੜ੍ਹ ਗਿਆ ਤੇ ਆਮ ਆਦਮੀ ਜਿਹੜਾ ਖਪਤਕਾਰ ਹੈ ਉਹਦੇ ਉੱਤੇ ਸੱਟ ਪੈ ਸਕਦੀ ਹੈ। ਇਸ ਕਰਕੇ ਬਿਹਤਰ ਇਹ ਆ ਕਿ ਸਰਕਾਰ ਨੇ ਜੇ ਇਹ ਕਣਕ ਵਿਦੇਸ਼ਾਂ ਨੂੰ ਵੇਚਣੀ ਆ ਉਹ ਵੇਚ ਲਵੇ, ਇਹਦੇ ਵਿੱਚ ਮਾੜੀ ਗੱਲ ਕੋਈ ਨਹੀਂ। ਫੋਰਨ ਕਰੰਸੀ ਕਮਾ ਸਕਦੇ, ਕਮਾ ਲਓ, 4 ਪੈਸੇ ਤੁਹਾਡੇ ਕੋਲ ਹੁੰਦੇ ਆ, ਤੇ ਹੁਣ ਉਹ ਸਾਰੇ ਦੇਸ਼ ਦੇ ਸਾਂਝੇ ਆ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਜਿਹੜੇ ਲੋਕ ਨੇ ਇਹਨਾਂ ਦਾ ਖਿਆਲ ਵੀ ਰੱਖਣਾ ਪੈਣਾ। ਕਿਸੇ ਵੀ ਖਾਲੀ ਥਾਂ ਦੇ ਉੱਤੇ ਤੁਸੀਂ ਕਰਮਾ ਮਾਰ ਕੇ ਲਕੀਰਾਂ ਮਾਰ ਲਓ ਤਾਂ ਦੇਸ਼ ਨਹੀਂ ਬਣਦਾ। ਦੇਸ਼ ਉਦੋਂ ਬਣਦਾ ਜੇ ਉਹਨਾਂ ਲਕੀਰਾਂ ਦੀਆਂ ਹੱਦਾਂ ਦੇ ਅੰਦਰ ਕੁਝ ਲੋਕ ਰਹਿੰਦੇ ਹੋਣ ਜੀ। ਲੋਕਤੰਤਰ ਵਿੱਚ ਦੇਸ਼ ਨਹੀਂ ਵੱਡਾ ਹੁੰਦਾ, ਲੋਕ ਵੱਡੇ ਹੁੰਦੇ ਆ। ਤੇ ਜੇ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਆ ਜਾਣੀ ਆ, ਤੁਸੀਂ ਸਾਰਾ ਮਾਲ ਬਾਹਰ ਵੇਚ ਦੇਣਾ, ਬਾਹਰ ਵੇਚਣ ਕਰਕੇ ਇੱਥੇ ਰੇਟ ਵੱਧ ਜਾਣੇ ਆ। ਜਿਨ੍ਹਾਂ ਕਿਸਾਨਾਂ ਕਣਕ ਪੈਦਾ ਕੀਤੀ ਉਹਨਾਂ ਦਾ ਭਲਾ ਤੁਸੀਂ ਕੀਤਾ ਨਹੀਂ, ਤੇ ਜਿਨ੍ਹਾਂ ਖਾਣੀ ਆ ਉਹਨਾਂ ਨੂੰ ਰਗੜ ਕੇ ਰੱਖ ਦੇਣਾ। ਫਿਰ ਇਹ ਲੋਕਤੰਤਰ ਬਾਰੇ ਲੋਕਾਂ ਦੇ ਮਨ 'ਚ ਉਦਾਸੀਨਤਾ ਪਹਿਲਾਂ ਹੀ ਬਹੁਤ ਹੈ, ਹੋਰ ਵਧੇਗੀ। ਇਸ ਕਰਕੇ ਭਾਰਤ ਸਰਕਾਰ ਨੂੰ ਚਾਹੀਦਾ ਕਿ ਆਮ ਜਿਹੜਾ ਖਾਣ ਵਾਲਾ ਲੋੜਵੰਦ ਹੈ, ਗਾਹਕ ਹੈ, ਉਹਦੀ ਲੋੜ ਦਾ ਧਿਆਨ ਵੀ ਰੱਖਿਆ ਜਾਵੇ। ਪਰ ਸਾਹਿਬ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਸੀ, ਮੈਨੂੰ ਅਮਰੀਕਾ ਦੀ ਗੱਲ ਯਾਦ ਹੈਗੀ ਆ। ਅਮਰੀਕਾ ਦੇ ਪਾਰਲੀਮੈਂਟ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਦਿੰਦੇ ਸਬਸਿਡੀ, ਉਹ ਕਹਿੰਦੇ ਇਹ ਬੰਦ ਕਰ ਦਿਓ। ਇਹਦਾ ਉਹਨਾਂ ਨੂੰ ਕੀ ਫਾਇਦਾ ਲੱਗਦਾ, ਜਾਂ ਫਿਰ ਦੇਸ਼ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਿਉਂ ਕੀਤੀ ਜਾ ਰਹੀ ਹੈ? ਪਿਛਲੇ ਦਿਨ ਵੀ ਭਾਰਤ ਦੇ ਲੱਗਦਾ ਹੈ ਵਿਰੋਧ ਵਿੱਚ ਬਿਆਨ ਦਿੱਤੇ ਆ। ਉਹਨਾਂ ਨੇ ਸਿੱਧਾ ਭਾਰਤ ਨੂੰ ਕਹਿਣ ਦੇ ਬਜਾਏ ਕੀਤਾ ਇਹ ਹੈ ਕਿ ਆਪਣੇ ਰਾਸ਼ਟਰਪਤੀ ਜੋ ਬਾਈਡਨ ਨੂੰ ਆਖਿਆ ਕਿ ਭਾਰਤ ਸਰਕਾਰ ਕਿਸਾਨਾਂ ਨੂੰ ਕਣਕ, ਝੋਨਾ, ਇਹੋ ਜਿਹੀਆਂ ਕੁਝ ਫਸਲਾਂ ਜਿਹੜੀਆਂ ਦੁਨੀਆ ਭਰ 'ਚ ਜਾ ਸਕਦੀਆਂ, ਜਿਹੜੀਆਂ ਵਪਾਰਕ ਫਸਲਾਂ ਵੀ ਗਿਣੀਆਂ ਜਾਂਦੀਆਂ ਤੇ ਨਿੱਤ ਦੀ ਲੋੜ ਵੀ ਹੈ ਲੋਕਾਂ ਦੇ ਖਾਣ ਪੀਣ, ਉਹਨਾਂ ਦੇ ਉੱਤੇ ਸਰਕਾਰ ਸਬਸਿਡੀਆਂ ਦੇ ਰਹੀ ਹੈ, ਰੇਟ ਮਿਥ ਰਹੀ ਹੈ, ਆਪਣੇ ਕਿਸਾਨ ਵਾਸਤੇ ਬਹੁਤ ਭਲੇ ਦੀਆਂ ਗੱਲਾਂ ਕਰਦੀ ਹੈ। ਇਹ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਹੁਣ ਇਹ ਮੰਗ ਕੀਤੀ ਆ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੇ। ਰਿਪਬਲਿਕਨ ਪਾਰਟੀ ਡੋਨਲਡ ਟਰੰਪ ਵਾਲੀ ਹੈ। ਇਹ ਜਿਹੜੇ ਉੱਥੇ ਰਾਜ ਕਰਦੀ ਡੈਮੋਕ੍ਰੇਟ ਪਾਰਟੀ ਵਾਲੇ ਉਹ ਨਹੀਂ ਅਜੇ ਬੋਲੇ। ਇਹਨਾਂ ਦੇ ਬੋਲਣ ਤੋਂ ਇੱਕ ਤਾਂ ਇਹ ਸਮਝਿਆ ਜਾ ਰਿਹਾ ਕਿ ਅੱਗੋਂ ਅਮਰੀਕਾ ਦੀ ਪਾਰਲੀਮੈਂਟ ਦੀਆਂ ਚੋਣਾਂ ਬਹੁਤ ਨੇੜੇ ਆ, ਤੇ ਜਿਹੜੇ ਇਹ ਮੈਂਬਰ ਨੇ ਇਹਨਾਂ ਨੂੰ ਇਹ ਹੈ ਕਿ ਅਸੀਂ ਅਮਰੀਕਾ ਦੇ ਕਿਸਾਨਾਂ ਨੂੰ ਆਹ ਗੱਲ ਕਹਿ ਕੇ ਖੁਸ਼ ਕਰਨ ਦਾ ਯਤਨ ਕਰੀਏ ਕਿ ਅਮਰੀਕਾ ਦੀ ਸਰਕਾਰ ਤੁਹਾਡਾ ਧਿਆਨ ਨਹੀਂ ਰੱਖਦੀ, ਅਸੀਂ ਰੱਖਦੇ ਹਾਂ। ਔਰ ਸਿਰਫ ਉਹਨਾਂ ਮੈਂਬਰਾਂ ਨੇ ਇਹ ਮੰਗ ਕੀਤੀ ਹੈ ਜਿਨ੍ਹਾਂ ਦੇ ਇਲਾਕਿਆਂ ਵਿੱਚ ਖੁਰਾਕੀ ਫਸਲਾਂ, ਜਿਹੜੀਆਂ ਰੋਟੀ ਪਾਣੀ ਚੱਲਦਾ ਰੱਖਣ ਵਾਸਤੇ ਜ਼ਰੂਰੀ ਹੈ, ਜਿਹੜੇ ਇਲਾਕਿਆਂ 'ਚ ਉਹ ਫਸਲਾਂ ਵੱਧ ਹੁੰਦੀਆਂ, ਉੱਥੋਂ ਵਾਲੇ ਪਾਰਲੀਮੈਂਟ ਮੈਂਬਰਾਂ ਨੇ ਚਿੱਠੀ ਲਿਖੀ ਆਪਣੇ ਰਾਸ਼ਟਰਪਤੀ ਨੂੰ। ਇਹ ਗੱਲ ਲਿਖੀ ਹੈ ਕਿ ਭਾਰਤ ਦੀ ਸਰਕਾਰ ਜਦੋਂ ਸਬਸਿਡੀਆਂ ਦਿੰਦੀ ਹੈ ਤੇ ਫਿਰ ਸਬਸਿਡੀ ਮਿਲੀ ਕਰਕੇ ਇੱਥੋਂ ਦਾ ਕਿਸਾਨ ਵੇਚਣ ਲੱਗਾ ਵੀ ਥੋੜ੍ਹੀ ਸਸਤੀ ਵੇਚਦਾ। ਜੇ ਉਹ ਸਸਤੀ ਵੇਚਦਾ
ਤੇ ਸਾਡੀ ਅਮਰੀਕਾ ਦੀ ਫਸਲ ਬਾਜ਼ਾਰ ਦੇ ਵਿੱਚ ਉਹਦੇ ਸਾਹਮਣੇ ਪਈ ਹੋਵੇ ਤੇ ਉਹ ਸਸਤੀ ਛੱਡ ਕੇ ਸਾਡੀ ਮਹਿੰਗੀ ਕੌਣ ਲਵੇਗਾ? ਆਪਣੀ ਸਰਕਾਰ ਨੂੰ ਉਹਨਾਂ ਨੇ ਇਹ ਵੀ ਆਖਿਆ ਕਿ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ WTO ਉੱਥੇ ਉਹਦੇ ਵਿੱਚ ਜਾ ਕੇ ਤੇ ਇਹ ਮਸਲਾ ਉਠਾਓ, ਭਾਰਤ ਦੇ ਖਿਲਾਫ। ਅੱਗੇ ਭਾਰਤ ਇਹ ਮਸਲਾ ਉਠਾਉਂਦਾ ਰਿਹਾ ਜੀ ਕਿ ਜਿਹੜੇ ਯੂਰਪੀ ਦੇਸ਼ ਨੇ, ਜਿਹੜੇ ਪੱਛਮੀ ਦੇਸ਼ ਦੂਸਰੇ ਨੇ, ਅਮਰੀਕਾ ਵਗੈਰਾ ਨੇ, ਇਹ ਸਬਸਿਡੀਆਂ ਦਿੰਦੇ ਆ। ਲੋਕਾਂ ਨੂੰ ਪਤਾ ਨਹੀਂ ਉਹ ਸਬਸਿਡੀਆਂ ਕਿੱਦਾਂ ਮਿਲਦੀਆਂ। ਅਸਲ ਵਿੱਚ ਉੱਥੇ ਵੀ ਸਬਸਿਡੀਆਂ ਮਿਲਦੀਆਂ। 5-6 ਸਾਲ ਪਹਿਲਾਂ ਮੈਂ ਇੱਕ ਵਾਰੀ ਇੰਗਲੈਂਡ ਵਿੱਚ ਸੀ। ਉੱਥੇ ਇਹ ਗੱਲ ਅਖਬਾਰਾਂ 'ਚ ਆਈ ਕਿ ਜਿਹੜੇ ਇੰਗਲੈਂਡ ਦੇ, ਬ੍ਰਿਟੇਨ ਦੇ ਕਿਸਾਨ ਨੇ, ਉਹਨਾਂ ਦੀ ਸਰਕਾਰ ਉਹਨਾਂ ਨੂੰ ਉੱਥੇ ਫਸਲਾਂ ਵਾਸਤੇ ਜਿਹੜੀ ਮਦਦ ਦਿੰਦੀ ਹੈ ਉਹ ਖਾਦ 'ਤੇ ਸਬਸਿਡੀ ਨਹੀਂ, ਪਾਣੀ ਦੇ ਉੱਤੇ ਜਾਂ ਬਿਜਲੀ 'ਤੇ ਸਬਸਿਡੀ ਨਹੀਂ, ਉਹ ਕ੍ਰਾਪ ਸਪੋਰਟ ਦਿੰਦੀ ਹੈ। ਫਸਲ ਦੇ ਮਦਦ ਦੇ ਨਾਂ ਦੇ ਉੱਤੇ ਵੱਖਰਾ ਪੱਤਾ ਦਿੰਦੀ, ਵੱਖਰਾ ਅਲਾਉਂਸ ਦਿੰਦੀ ਹੈ। ਔਰ ਮੈਂ ਜਾਣ ਕੇ ਹੈਰਾਨ ਹੋਇਆ ਅਖਬਾਰ 'ਚੋਂ ਪੜ੍ਹ ਕੇ ਕਿ ਉੱਥੋਂ ਦੀ ਮਹਾਰਾਣੀ, ਜਿਹੜੀ ਪਤਾ ਨਹੀਂ 40-50 ਹੋਰ ਦੇਸ਼ਾਂ ਦੀ ਵੀ ਮਹਾਰਾਣੀ ਗਿਣੀ ਜਾਂਦੀ ਹੈ, ਕੁਈਨ ਐਲਿਜ਼ਾਬੈਥ, ਜਦੋਂ ਕ੍ਰਾਪ ਸਪੋਰਟ ਸਧਾਰਨ ਕਿਸਾਨਾਂ ਨੂੰ ਮਿਲਦੀ ਹੈ, ਕੁਈਨ ਨੂੰ ਵੀ ਬਰਾਬਰ ਦੀ ਕਿਸਾਨ ਮੰਨ ਕੇ, ਉਹਦੇ ਕੋਲ ਵੀ ਬਹੁਤ ਖੇਤੀ ਹੈ, ਦੂਰ ਦੂਰ ਤੱਕ ਫਾਰਮ ਹੈ, ਇਹ ਕ੍ਰਾਪ ਸਪੋਰਟ ਕਹਿੰਦੇ ਜੀ ਉਹਨੂੰ ਵੀ ਮਿਲ ਰਹੀ ਹੈ। ਜੇ ਇੱਥੇ ਉਹਨੂੰ ਮਿਲ ਰਹੀ ਹੈ, ਅਮਰੀਕਾ 'ਚ ਵੱਡੇ ਲੈਂਡਲਾਰਡਾਂ ਨੂੰ ਮਿਲ ਰਹੀ ਹੈ, ਉਹਨਾਂ ਨੂੰ ਸਬਸਿਡੀ ਦੇ ਬਜਾਏ ਕ੍ਰਾਪ ਸਪੋਰਟ ਕਰਕੇ ਜਾਂ ਕਿਸੇ ਨਾ ਕਿਸੇ ਹੋਰ ਰੂਪ 'ਚ, ਬਦਲਵੇਂ ਰੂਪਾਂ 'ਚ, ਅੱਡ-ਅੱਡ 'ਚ ਮਿਲਦੀ ਪਈ ਹੈ। ਭਾਰਤ ਦੀ ਚੁੱਭਦੀ ਇਸ ਕਰਕੇ ਹੈ ਕਿ ਭਾਰਤ ਵਿੱਚ ਕਿਸਾਨ ਥੋੜ੍ਹਾ ਜਿਹਾ ਉੱਠਣ ਲੱਗਾ। ਅਜੇ ਤਾਂ ਸਾਡੀ ਸਰਕਾਰ ਨੇ ਜਿਹੜਾ 2014 'ਚ ਵਾਅਦਾ ਕੀਤਾ ਸੀ ਕਿ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ, ਉਹ ਹੋਇਆ ਹੀ ਨਹੀਂ ਜੀ। ਮਹਿੰਗਾਈ ਨਾਲ ਆਪਣੇ ਆਪ ਸਾਰੀਆਂ ਚੀਜ਼ਾਂ ਦੁੱਗਣੀਆਂ ਹੋ ਜਾਣ ਤੇ ਕਿਸਾਨ ਦੀ ਆਮਦਨ ਵੀ ਦੁੱਗਣੀ ਹੋ ਜਾਏ, ਜਿਹੜੀ ਅਸਲ 'ਚ ਓਨੀ ਰਹਿ ਜਾਣੀ ਆ। ਕਿਉਂਕਿ ਜਦੋਂ ਮਹਿੰਗਾਈ ਵੀ ਦੁੱਗਣੀ ਹੋ ਗਈ ਤੇ ਫਿਰ ਫਸਲ ਆਮਦਨ ਵਧੀ ਕਾਹਦੀ ਹੋਈ? ਆਮਦਨ ਤੇ ਉੱਥੇ ਫਿਰ ਹੋਈ, ਸਾਰਾ ਕੋਈ ਨਾਲ ਨਾਲ ਹੀ ਤੇ ਵਧੀ ਗਿਆ। ਉਹ ਜਿਹੜਾ ਇਹ ਫਾਰਮੂਲਾ ਨਾ, ਉਹਦੇ 'ਚ ਭਾਰਤ ਦੇ, ਪੰਜਾਬ ਦੇ, ਬਾਕੀ ਸੂਬਿਆਂ ਦੇ ਕਿਸਾਨ ਜਿਹੜੇ ਭਾਰਤ ਦੇ, ਉਹਨਾਂ ਦਾ ਓਨਾ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ। ਪਰ ਅਮਰੀਕਾ ਦੇ ਪਾਰਲੀਮੈਂਟ ਮੈਂਬਰਾਂ, ਖਾਸ ਕਰਕੇ ਰਿਪਬਲਿਕਨ ਪਾਰਟੀ ਮੈਂਬਰਾਂ ਨੇ ਆਪਣੀਆਂ ਚੋਣਾਂ ਨੂੰ ਸਾਹਮਣੇ ਵੇਖ ਕੇ ਆਪਣੇ ਦੇਸ਼ ਦੇ ਕਿਸਾਨਾਂ ਨੂੰ ਖੁਸ਼ ਕਰਨ ਤੇ ਵੋਟਾਂ ਪੱਕੀਆਂ ਕਰਨ ਵਾਸਤੇ ਇਹ ਬਿਆਨ ਜ਼ਰੂਰ ਦਿੱਤਾ। ਮੈਨੂੰ ਲੱਗਦਾ ਨਹੀਂ ਕਿ ਇਸ ਮੁੱਦੇ ਨੂੰ ਚੁੱਕ ਕੇ ਤੇ ਜੋ ਬਾਈਡਨ ਜਾਵੇਗਾ ਵਰਲਡ ਲੈਵਲ ਦੇ ਫੋਰਮ ਵਿੱਚ, ਉੱਥੇ ਗਿਆ ਤੇ ਬੇਇੱਜ਼ਤੀ ਕਰਾਵੇਗਾ, ਬਾਕੀ ਲੋਕਾਂ ਨੇ ਉਹਦੇ ਨਾਲ ਖਲੋਣਾ ਨਹੀਂ। ਜੀ ਪੰਤ ਸਾਹਿਬ, ਉਦੈਪੁਰ 'ਚ ਬੜੀ ਮੰਦਭਾਗੀ ਘਟਨਾ ਵਾਪਰੀ ਸੀ। ਦਰਜੀ ਦਾ ਗਲਾ ਕਲਮ ਕਰ ਦਿੱਤਾ ਗਿਆ ਸੀ। ਉਸੇ ਤਰ੍ਹਾਂ ਦੀ ਇੱਕ ਘਟਨਾ ਮਿਲਦੀ ਜੁਲਦੀ ਜੰਮੂ ਕਸ਼ਮੀਰ ਵਿੱਚ ਵਾਪਰੀ ਸੀਗੀ। ਪਰ ਵੱਡੀ ਗੱਲ ਇਹ ਹੈ, ਦੋਹਾਂ ਹੀ ਜਿਹੜੇ ਦੋਸ਼ੀ ਸੀਗੇ ਉਹਨਾਂ ਦਾ ਸੰਬੰਧ ਭਾਜਪਾ ਪਾਰਟੀ ਨਾਲ ਜੁੜਿਆ। ਇਹ ਸੰਬੰਧ ਪਿੱਛੇ ਜੁੜਨ ਦੀ ਕਹਾਣੀ ਕੀ ਲੱਗਦੀ ਹੈ ਤੁਹਾਨੂੰ? ਦੇਖੋ, ਜਿਹੜੇ ਉਦੈਪੁਰ ਦੇ ਵਿੱਚ 2 ਜਣੇ ਫੜੇ ਗਏ ਜਿਨ੍ਹਾਂ ਨੇ ਇੱਕ ਟੇਲਰ ਮਾਸਟਰ ਨੂੰ ਭਰੇ ਬਾਜ਼ਾਰ ਘੇਰ ਕੇ ਤੇ ਚਾਕੂ ਨਾਲ ਹੌਲੀ ਹੌਲੀ ਗਰਦਨ ਉਹਦੀ ਵੱਢੀ, ਉਹਨੂੰ ਜ਼ਬ੍ਹਾ ਕੀਤਾ ਤੇ ਨਾਲ ਵੀਡੀਓ ਬਣਾਈ, ਸਭ ਤੋਂ ਪਾਇਆ ਜੀ। ਉਹ ਬੰਦੇ ਮੋਟਰਸਾਈਕਲ ਵੀ ਉਹ ਲਈ ਫਿਰਦੇ ਸੀ ਜਿਹਦੇ ਉੱਤੇ 2611 ਨੰਬਰ ਲੱਗਾ। 2611 ਦਾ ਮਤਲਬ ਜੀ ਜੀ ਕਿ 26 ਨਵੰਬਰ 2008 ਦੇ ਵਿੱਚ 26 ਨਵੰਬਰ ਨੂੰ ਭਾਰਤ ਵਿੱਚ ਸਭ ਤੋਂ ਵੱਡਾ ਦਹਿਸ਼ਤਗਰਦ ਹਮਲਾ ਮੁੰਬਈ 'ਚ ਹੋਇਆ ਸੀ। ਉਸ ਨੰਬਰ ਵਾਲੀ ਮੋਟਰਸਾਈਕਲ ਸੀ। ਉਹ ਭਾਜਪਾ ਦੇ ਇੱਕ ਸੈੱਲ ਨਾਲ ਜੁੜੇ ਸੀ। ਭਾਜਪਾ ਦੀਆਂ ਮੀਟਿੰਗਾਂ ਤੇ ਰੈਲੀਆਂ ਤੇ ਕਾਨਫਰੰਸਾਂ ਤੇ ਸਭ ਥਾਵਾਂ ਤੇ ਜਾਂਦੇ ਰਹੇ। ਦੂਸਰੇ ਪਾਸੇ ਹੁਣ ਜੰਮੂ ਰੀਜਨ ਦੇ ਵਿੱਚ ਰਿਆਸੀ, ਇਹ ਸਾਡੇ ਜਦੋਂ ਅਸੀਂ ਜਾਂਦੇ ਇੱਧਰ ਨੂੰ ਡਲਹੌਜੀ ਨੂੰ ਤੇ ਰਾਜ ਧਾਰ ਕਲਾਂ ਆਉਂਦਾ, ਧਾਰ ਨੂੰ ਬਿਲਕੁਲ ਸਾਹਮਣੇ ਆ, ਦਰਿਆ ਟੱਪ ਕੇ ਉਸ ਇਲਾਕੇ 'ਚ ਕੱਲ੍ਹ ਵਾਰਦਾਤ ਕਰਕੇ ਭੱਜਦੇ 2 ਜਣੇ ਲੋਕਾਂ ਨੇ ਘੇਰ ਕੇ ਫੜੇ ਤੇ ਪੁਲਿਸ ਨੂੰ ਫੜਾਏ। ਉਹਨਾਂ 'ਚੋਂ ਜਿਹੜਾ ਸੀਨੀਅਰ ਲੀਡਰ ਸੀ ਉਹਨਾਂ ਦਾ, ਅੱਤਵਾਦੀ, ਉਹ ਭਾਜਪਾ ਦਾ ਮੈਂਬਰ ਨਿਕਲਿਆ, ਭਾਜਪਾ ਦੇ ਮੀਡੀਆ ਸੈੱਲ ਦਾ ਕਿਸੇ ਪੱਧਰ ਦਾ ਉਹ ਮੁਖੀ ਸੀ। ਜੀ ਜੀ ਇਹ ਗੱਲ ਸੱਚੀ ਹੋ ਸਕਦੀ। ਪਰ ਸਵਾਲ ਦੂਸਰਾ, ਇੱਕ ਇਹ ਆ ਕਿ ਉਹ ਭਾਜਪਾ ਨਾਲ ਸੰਬੰਧਿਤ, ਦੂਸਰਾ ਇਹ ਕਿ ਭਾਜਪਾ ਨੇ ਇਹੋ ਜਿਹੇ ਰੱਖੇ ਆ। ਇਹ ਸਵਾਲ ਐਡਾ ਸੌਖਾ ਨਿਕਲਣ ਵਾਲਾ ਨਹੀਂ। ਮੈਂ ਅੱਗੇ ਇੱਕ ਦਿਨ ਦੱਸਿਆ ਸੀ ਕਿ ਮੁੱਖ ਮੰਤਰੀ ਬੇਅੰਤ ਸਿੰਘ ਤੇ ਗਵਰਨਰ ਦੇ ਝਗੜੇ 'ਚ ਬਾਘੇ ਪੁਰਾਣੇ ਤੋਂ ਖਬਰ ਲੱਗੀ ਸੀ ਕਿ ਗਵਰਨਰ ਸਾਹਿਬ ਬੈਠੇ ਆ ਤੇ ਖੱਬੇ ਤੇ ਸੱਜੇ 2 ਸਮਗਲਰ ਬੈਠੇ ਆ ਜਿਹੜੇ ਅਦਾਲਤ ਤੋਂ ਭਗੌੜੇ ਕਰਾਰ ਦਿੱਤੇ ਆ, ਤੇ ਉਹ ਦੋਵੇਂ ਜਣੇ ਜਿਹੜੇ ਸੀ ਉਹ ਭਗੌੜੇ ਇੱਕ ਸਮਾਗਮ 'ਚ ਸੋਫੇ ਤੇ ਬਰਾਬਰ ਖੱਬੇ ਸੱਜੇ ਬੈਠੇ ਸੀ ਗਵਰਨਰ ਨਾਲ, ਤੇ ਫੋਟੋ ਨਾਲ ਰੌਲਾ ਪੈ ਗਿਆ। 3 ਜਾਂ 4 ਦਿਨ ਬਾਅਦ ਉਹੀ ਦੋਵੇਂ ਸਮਗਲਰ, ਨਵੀਂ ਫੋਟੋ ਆ ਗਈ, ਮੁੱਖ ਮੰਤਰੀ ਬੇਅੰਤ ਸਿੰਘ ਨਾਲ ਬਹਿ ਕੇ ਵੀ ਫੋਟੋ ਖਿਚਾ ਚੁੱਕੇ ਸੀ। ਇੱਦਾਂ ਦੇ ਬੰਦੇ ਸਭ ਤੋਂ ਇੱਕ ਚਾਲ ਲੈਂਦੇ, ਕੀ ਕੀਤਾ ਜਾਵੇ? ਇੱਕ ਬੰਦਾ ਜਿਹਨੇ ਪੁਲਿਸ ਵਾਲਿਆਂ ਦੇ ਅੱਖਾਂ 'ਚ ਮਿਰਚਾਂ ਪਾ ਕੇ ਉਹਨਾਂ ਤੋਂ ਕਾਰਬਾਈਨਾਂ ਖੋਲੀਆਂ ਸੀ ਤੇ ਬੰਦੇ ਛੁਡਾ ਕੇ ਲੈ ਗਿਆ ਸੀ। ਬਾਅਦ ਵਿੱਚ ਪੰਜਾਬ ਦੀ, ਹੁਣ ਮੈਂ ਪਾਰਟੀ ਦਾ ਨਾਂ ਨਹੀਂ ਲੈਣਾ,
ਇੱਕ ਰਾਜ ਕਰਦੀ ਪਾਰਟੀ ਦੇ ਖਜ਼ਾਨਾ ਮੰਤਰੀ ਦੇ ਗੋਡੇ ਹੱਥ ਲਾ ਕੇ ਯੂਥ ਲੀਡਰ ਬਣ ਗਿਆ, ਤੇ ਜਿਹੜੇ ਪੁਲਿਸ ਵਾਲਿਆਂ ਦੀ ਜੇਬ 'ਚ ਉਹਦੇ ਵਾਰੰਟ ਸੀ ਉਹ ਸਾਹਮਣੇ ਬੈਠੇ ਵੇਖਦੇ ਰਹਿ ਗਏ। ਇਹ ਬੰਦੇ ਭਾਜਪਾ ਨਾਲ ਵੀ ਜੁੜ ਸਕਦੇ ਆ, ਪਿਛਲੇ ਸਮੇਂ 'ਚ ਕਾਂਗਰਸ ਨਾਲ ਵੀ ਜੁੜਦੇ ਰਹੇ, ਭਲਕ ਨੂੰ ਇਹ ਕਿਸੇ ਹੋਰ ਪਾਰਟੀ ਨਾਲ ਵੀ ਜੁੜ ਸਕਦੇ ਆ, ਕਿਉਂਕਿ ਉਹਨਾਂ ਦੀ ਲੋੜ ਹੈ ਕਿ ਆਪਣੇ ਬਚਾਅ ਵਾਸਤੇ ਐਸ ਨਹੀਂ ਤੇ ਉਸ ਪਾਰਟੀ ਨਾਲ ਜੁੜੀਏ। ਉਹਨਾਂ ਬੰਦਿਆਂ ਤੋਂ ਬਚ ਕੇ ਰਹਿਣਾ ਚਾਹੀਦਾ, ਪਰ ਕਿੰਨਾ ਕੁ ਬਚਾਅ ਰੱਖਣਗੀਆਂ ਸਾਰੀਆਂ ਪਾਰਟੀਆਂ। ਅਕਸਰ ਕਿਤੇ ਨਾ ਕਿਤੇ ਦਾਅ ਲਾ ਕੇ ਉਹ ਜਦੋਂ ਜੁੜਦੇ ਆ ਰਾਜ ਕਰਦੀ ਪਾਰਟੀ ਦੇ ਨੇੜੇ ਜਾਂਦੇ ਆ, ਸੂਬੇ 'ਚ ਰਾਜ ਕਰਦੀ ਪਾਰਟੀ ਦੇ ਨੇੜੇ ਵੀ ਜਾ ਸਕਦੇ ਆ, ਕੇਂਦਰ ਵਾਲੀ ਦੇ ਨੇੜੇ ਵੀ ਜਾ ਸਕਦੇ ਆ। ਇਹ ਲੋੜ ਉਹਨਾਂ ਦੀ ਹੈ, ਪਾਰਟੀਆਂ ਨੂੰ ਬਚਾਅ ਰੱਖਣਾ ਚਾਹੀਦਾ, ਪਰ ਬਚਣਾ ਔਖਾ ਬਹੁਤ ਆ। ਵਿਆਹ ਸ਼ਾਦੀਆਂ ਤੇ ਜਾਓ, ਕਿਤੇ ਜਾਓ, ਉਹ ਕਹਿੰਦੇ ਜੀ ਇੱਕ ਜਰਾ ਕਿ ਸੈਲਫੀ ਲੈਣੇ ਆ, ਕੌਣ ਅੱਗੋਂ ਕਹਿੰਦਾ ਪਹਿਲਾਂ ਆਪਣਾ ਆਧਾਰ ਕਾਰਡ ਵਿਖਾ। ਬਿਲਕੁਲ ਇਹੋ ਜਿਹੇ ਬੰਦੇ ਸਭ ਥਾਂ ਮਿਲ ਜਾਂਦੇ। ਅੱਛਾ ਪੰਨੂ ਸਾਹਿਬ, ਨਿਊਯਾਰਕ ਦੀ ਵੀ ਇੱਕ ਗੱਲ ਕਰ ਲੈਂਦੇ ਹਾਂ, ਕਿਉਂਕਿ ਨਿਊਯਾਰਕ ਦੀ ਗਵਰਨਰ ਨੇ ਅਦਾਲਤ ਦੇ ਵਿਰੁੱਧ ਇੱਕ ਲੱਗਦਾ ਕਾਨੂੰਨ ਪਾਸ ਕਰ ਦਿੱਤਾ ਹੈ ਗਨ ਕਲਚਰ ਨੂੰ ਲੈ ਕੇ। ਤੁਸੀਂ ਕਿਵੇਂ ਦੇਖਦੇ ਆ ਇਸ ਕਾਨੂੰਨ ਨੂੰ, ਕਿਉਂਕਿ ਅਦਾਲਤ ਦੇ ਖਿਲਾਫ ਚੱਲਦੀ ਪਈ ਸੀ ਉੱਥੋਂ ਦੀ? ਦੇਖੋ, ਕੱਲ ਫਿਰ ਉੱਥੇ ਅਮਰੀਕਾ 'ਚ ਇੱਕ ਥਾਂ ਦੇ ਉੱਤੇ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ, 3 ਕੁ ਬੰਦੇ ਮਰ ਗਏ, ਫਿਰ ਗੋਲੀ ਕਾਂਡ ਹੋ ਗਿਆ ਜੀ। ਪਿਛਲੇ ਦਿਨਾਂ ਝੱਗੜ ਪਿਛੜ ਗੋਲੀ ਕਾਂਡ ਹੋਏ ਨੇ। ਇੱਕ ਗੋਲੀ ਕਾਂਡ ਤੇ ਇਹੋ ਜਿਹਾ ਸੀ ਜਿਸ 'ਚ 21-22 ਜਣੇ ਮਾਰੇ ਗਏ, ਜਿਨ੍ਹਾਂ 'ਚ 18-19 ਬੱਚੇ ਸੀ। ਰਾਸ਼ਟਰਪਤੀ ਜੋ ਬਾਈਡਨ ਤੇ ਇਹਦੀ ਘਰਵਾਲੀ ਉੱਥੇ ਵੇਖਣ ਗਏ ਤੇ ਦੋਵਾਂ ਦੀਆਂ ਅੱਖਾਂ 'ਚ ਅਥਰੂ ਵਗਦੇ ਸੀ ਕਿ ਬੱਚਿਆਂ ਨਾਲ ਕੀ ਭਾਣਾ ਵਾਪਰਿਆ। ਪਹਿਲਾਂ ਵੀ ਅਮਰੀਕਾ 'ਚ ਮੰਗ ਉੱਠਦੀ ਹੈ ਕਿ ਕਲੱਬਾਂ 'ਚ ਹੋਰਨਾਂ ਥਾਵਾਂ ਤੇ ਜਾਣ ਲੱਗਿਆਂ ਇਹ ਹਥਿਆਰ ਜਿਹੜੇ ਆ ਇਹਨਾਂ ਦਾ ਕੰਟਰੋਲ ਹੋਣਾ ਚਾਹੀਦਾ। ਜਿਹਨੇ ਵੀ ਲੈਣਾ ਉਹ ਪਹਿਲਾਂ ਤੇ ਲਾਇਸੈਂਸ ਲਵੇ, ਦੂਸਰਾ ਲਾਇਸੈਂਸ ਹੀ ਇਸ ਗੱਲ ਵਾਸਤੇ ਪਾਬੰਦ ਹੁੰਦਾ ਕਿ ਉਹਦੇ ਹਥਿਆਰ ਦੀ ਕੋਈ ਦੁਰਵਰਤੋਂ ਨਹੀਂ ਕਰੇਗਾ। ਜੇ ਦੁਰਵਰਤੋਂ ਹੋਈ ਜਾਣੀ ਹੈ ਤੇ ਫਿਰ ਉਹਨੂੰ ਹਥਿਆਰ ਨਾ ਦਿੱਤਾ ਜਾਵੇ। ਜੇ ਚੱਲਣ ਚੰਗਾ ਨਹੀਂ, ਪੁਲਿਸ ਰਿਪੋਰਟ ਚੰਗੀ ਨਹੀਂ, ਨਾ ਦਿੱਤਾ ਜਾਵੇ। ਇਹ ਮੰਗ ਉੱਥੇ ਉੱਠਦੀ ਸੀ। 1-2 ਵਾਰ ਕੁਝ ਥਾਵਾਂ ਦੇ ਉੱਤੇ ਗਵਰਨਰਾਂ ਨੇ, ਹੋਰ ਲੋਕਾਂ ਨੇ ਇੱਥੇ ਪਾਬੰਦੀ ਲਾਉਣ ਦਾ ਯਤਨ ਕੀਤਾ। ਪਾਰਲੀਮੈਂਟ 'ਚ ਵੀ ਮੁੱਦਾ ਉੱਠਿਆ ਪਿੱਛੇ ਜੇ ਪਾਰਲੀਮੈਂਟ ਦੇ ਉੱਪਰ, ਉਸਨੇ ਪਾਸ ਕਰ ਦਿੱਤਾ, ਹੁਣ ਦੂਸਰੇ ਹਾਊਸ 'ਚ ਹੋਣਾ। ਨਿਊਯਾਰਕ ਦੇ ਗਵਰਨਰ ਨੇ ਆਖਿਆ ਕਿ ਮੈਂ ਇਹ ਨਹੀਂ ਹੋਣ ਦੇਣਾ, ਬੱਚਿਆਂ ਦਾ, ਨੌਜਵਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ, ਇੱਥੇ ਪਾਬੰਦੀ ਲਾਉਣੀ ਹੈ। ਅਦਾਲਤ ਨੇ ਕਹਿਤਾ ਜੀ ਤੁਸੀਂ ਲਾ ਨਹੀਂ ਸਕਦੇ, 2-2.5 ਸਾਲ ਤੋਂ ਇਹ ਕਾਨੂੰਨ ਤੁਰਿਆ ਹੁੰਦਾ, ਲੋਕਾਂ ਨੂੰ ਸੈਲਫ ਡਿਫੈਂਸ ਵਾਸਤੇ ਹਥਿਆਰ ਰੱਖਣ ਦਾ ਹੱਕ ਹੈ ਤੇ ਲੋਕੀ ਰੱਖਦੇ, ਤੁਸੀਂ ਰੋਕ ਹੀ ਨਹੀਂ ਸਕਦੇ। ਉਹਨਾਂ ਦੇ ਕਹਿਣ ਦੇ ਬਾਵਜੂਦ ਕੱਲ ਨਿਊਯਾਰਕ ਦੇ ਗਵਰਨਰ ਨੇ ਇਹ ਪਾਬੰਦੀ ਲਾਤੀ ਹੈ ਔਰ ਇਹ ਆਖਿਆ ਕਿ ਜਿਹਨੇ ਵੀ ਕਿਸੇ ਨੇ ਹਥਿਆਰ ਲੈਣਾ, ਉਹਨੂੰ ਹਥਿਆਰ ਲੈਣ ਵਾਸਤੇ ਪਹਿਲਾਂ ਆਪਣੀ ਐਲੀਜੀਬਿਲਿਟੀ, ਆਪਣੀ ਯੋਗਤਾ ਸਾਬਤ ਕਰਨੀ ਪਏਗੀ ਕਿ ਉਹ ਹਥਿਆਰ ਲੈਣ ਦੇ, ਹਥਿਆਰ ਸੰਭਾਲਣ ਦੇ, ਹਥਿਆਰ ਰੱਖਣ ਦੇ ਯੋਗ ਵੀ ਹੈਗਾ ਕਿ ਐਵੇਂ ਲਈ ਜਾਂਦਾ। ਇਹਦਾ ਇੱਕ ਫਾਇਦਾ ਹੋਵੇਗਾ ਕਿ ਜਿਹੜੀਆਂ ਹਰ ਤੀਜੇ ਥਾਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ 'ਤੇ ਕੋਈ ਰੋਕ ਲੱਗੇਗੀ। ਪਰ ਜਿਹਨਾਂ ਦਿਮਾਗ ਖਰਾਬ ਆ, ਹੁਣ ਪਰਸੋਂ ਇੱਥੇ ਸਾਡੇ ਤਰਨਤਾਰਨ ਜ਼ਿਲ੍ਹੇ 'ਚ ਪੱਟੀ ਦੇ ਲਾਗੇ ਚੂਸੇਵੜ ਰਾਤ ਨੂੰ ਸਰਪੰਚ ਦੇ ਘਰ ਪਾਰਟੀ ਚੱਲਦੀ ਸੀ, ਡੀਜੇ ਤੇ ਨੱਚਦਿਆਂ ਕਿੱਦਾਂ ਦੇ ਫੁਕਰੇ ਨੇ ਗਨ ਚਲਾਤੀ, ਇੱਕ ਮੁੰਡਾ ਮਾਰਤਾ ਜੀ। ਮੁੰਡਾ ਛੋਟੇ 2 ਬੱਚੇ ਛੱਡ ਕੇ ਵਿਚਾਰਾ ਮਰ ਗਿਆ। ਇੱਦਾਂ ਦੀਆਂ ਘਟਨਾਵਾਂ ਸਖਤੀ ਨਾ ਕੀਤੀ ਜਾਵੇ ਤੇ ਰੁਕ ਨਹੀਂ ਸਕਦੀਆਂ। ਸਖਤੀ ਅਮਰੀਕਾ ਨੂੰ ਵੀ ਕਰਨੀ ਚਾਹੀਦੀ, ਸਖਤੀ ਸਾਡੇ ਨੂੰ ਵੀ ਕਰਨੀ ਚਾਹੀਦੀ। ਜਿੱਥੇ ਵੀ ਕਿਤੇ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਜਿਹਦੇ ਘਰ ਹੁੰਦੀ ਆ ਉੱਥੇ ਪਰਚਾ ਦਰਜ ਹੋਣਾ ਚਾਹੀਦਾ, ਜਿਹਦੇ ਪੈਲਸ ਵਿੱਚ ਹੁੰਦੀ ਹੈ ਪੈਲਸ ਮਾਲਕ 'ਤੇ ਵੀ ਹੋਣਾ ਚਾਹੀਦਾ, ਜਿਹਦਾ ਹਥਿਆਰ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ, ਤੇ ਜਿਹਨੇ ਚਲਾਇਆ ਹੁਣ ਤਾਂ ਬਿਲਕੁਲ ਸੁੱਕਾ ਨਹੀਂ ਛੱਡਣਾ ਚਾਹੀਦਾ। ਇਹੋ ਜਿਹੇ ਸਬੂਤ ਪੱਕੇ ਪੇਸ਼ ਕਰਨੇ ਚਾਹੀਦੇ ਆ। ਹੁਣ ਡੀਜੇ ਤੇ ਨੱਚਦਿਆਂ ਦੀ ਵੀਡੀਓ ਬਣੀ ਹੋਊਗੀ ਜੀ, ਤਾਂ ਕਿ ਉਹ ਅਦਾਲਤ ਵਿੱਚੋਂ ਛੁੱਟ ਨਾ ਸਕੇ। ਇਹਨਾਂ ਦੀ ਤਾਂ ਸਖਤੀ ਇੱਥੇ ਵੀ ਚਾਹੀਦੀ, ਅਮਰੀਕਾ 'ਚ ਵੀ ਚਾਹੀਦੀ। ਗੱਲ ਪੰਨੂ ਸਾਹਿਬ ਬਿਲਕੁਲ ਠੀਕ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇੱਦਾਂ ਹੀ ਮੌਤ ਹੋ ਚੁੱਕੀ ਹੈ ਤੇ ਬੱਚੇ ਹਥਿਆਰਾਂ ਦੀ ਲੌਬੀ ਕੰਮ ਕਰਦੀ ਹੈ। ਦੇਖਦੇ ਆ ਅਦਾਲਤ ਕਿੱਧਰ ਫੈਸਲਾ ਦਿੰਦੀ। ਬਾਕੀ ਖਬਰਾਂ ਤੇ ਤੁਸੀਂ ਹਰ ਰੋਜ਼ ਤਰ੍ਹਾਂ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।